ਅੱਜ ਨਵੇਂ ਨੇਮ ਦਾ ਪੱਸਾ ਦਾ ਲੇਲਾ ਮਸੀਹ ਅਨਸੰਗ ਜੀ ਇਸ ਉਪਦੇਸ਼ ਲੇਖ ਨਾਲ ਆਓ ਅਸੀਂ ਮਨੁੱਖ ਜਾਤੀ ਨੂੰ ਬਚਾਉਣ ਲਈ ਸਰੀਰ ਵਿੱਚ ਧਰਤੀ ਉੱਤੇ ਆਏ ਪਰਮੇਸ਼ਵਰ ਬਾਰੇ ਅਧਿਐਨ ਕਰਨ ਦਾ ਕੁਝ ਸਮਾਂ ਲਈਏ। ਜਦੋਂ ਯੀਸ਼ੂ ਮਸੀਹ 2000 ਸਾਲ ਪਹਿਲਾਂ ਧਰਤੀ ਉੱਤੇ ਆਏ ਸੀ, ਉਸ ਵੇਲੇ ਉਹਨਾਂ ਨੇ ਕਿਹਾ, ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕ ਮੇਰੇ ਗਵਾਹ ਬਣੋ ਅਤੇ ਮੇਰੀ ਸਾਖੀ ਦਿਓ। ਇਸ ਲਈ ਸਾਨੂੰ ਬਾਈਬਲ ਦੀਆਂ ਭਵਿੱਖਬਾਣੀਆਂ ਦੇ ਅਨੁਸਾਰ ਆਉਣ ਵਾਲੇ ਪਰਮੇਸ਼ਵਰ ਬਾਰੇ ਸਾਖੀ ਦੇਣੀ ਅਤੇ ਪ੍ਰਚਾਰ ਕਰਨਾ ਚਾਹੀਦਾ ਹੈ। ਆਓ ਅਸੀਂ ਸਾਰੀ ਮਨੁੱਖ ਜਾਤੀ ਨੂੰ ਇਹ ਦੱਸੀਏ ਕਿ ਪਰਮੇਸ਼ਵਰ ਇਸ ਧਰਤੀ ਉੱਤੇ ਆ ਚੁੱਕੇ ਹਨ। ਉਹਨਾਂ ਦੀ ਅਗਵਾਈ ਮੁਕਤੀ ਵਿੱਚ ਕਰੀਏ। ਹੁਣ ਤੱਕ ਅਸੀਂ ਪਰਮੇਸ਼ਵਰ ਬਾਰੇ ਕਈ ਭਵਿੱਖਬਾਣੀਆਂ ਦਾ ਅਧਿਐਨ ਕੀਤਾ ਹੈ ਜੋ ਇਸ ਪਵਿੱਤਰ ਆਤਮਾ ਦੇ ਯੁੱਗ ਵਿੱਚ ਆਉਂਦੇ ਹਨ। ਹਾਲਾਂਕਿ ਸਾਨੂੰ ਉਹਨਾਂ ਦੇ ਗਵਾਹ ਦੇ ਰੂਪ ਵਿੱਚ ਆਪਣੇ ਮਿਸ਼ਨ ਨੂੰ ਪੂਰਾ ਕਰਦੇ ਹੋਏ ਪੂਰੀ ਦੁਨੀਆ ਦੇ ਲੋਕਾਂ ਨੂੰ ਉਹਨਾਂ ਦੀ ਗਵਾਹੀ ਵੀ ਦੇਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ 2000 ਸਾਲ ਪਹਿਲਾਂ ਯੀਸ਼ੂ ਨੇ ਜਦੋਂ ਮੁਕਤੀ ਦੀ ਸੱਚਾਈ ਸਿਖਾਈ ਸੀ, ਉਸ ਵੇਲੇ ਕਿਸ ਤਰ੍ਹਾਂ ਦੇ ਹਾਲਾਤ ਸੀ। ਸਿਰਫ ਫਿਰ ਹੀ ਸਾਨੂੰ ਮਹਿਸੂਸ ਹੋਵੇਗਾ ਕਿ ਅਸੀਂ ਅੱਜ ਉਸੇ ਤਰ੍ਹਾਂ ਦੇ ਹਾਲਾਤਾਂ ਵਿੱਚ ਹਾਂ। ਜਦੋਂ ਯੀਸ਼ੂ 2000 ਸਾਲ ਪਹਿਲਾਂ ਆਏ ਸੀ, ਤਦ ਯਹੂਦੀ ਪਰਮੇਸ਼ਵਰ ਦੀ ਉਤਸੁਕਤਾ ਨਾਲ ਉਡੀਕ ਕਰ ਰਹੇ ਸੀ। ਉਹਨਾਂ ਨੇ ਸੋਚਿਆ ਪਰਮੇਸ਼ਵਰ ਪੱਕਾ ਹੀ ਆਉਣਗੇ ਅਤੇ ਰੋਮਨ ਸਾਮਰਾਜ ਨੂੰ ਪੂਰੀ ਤਰ੍ਹਾਂ ਹਰਾ ਦੇਣਗੇ, ਜੋ ਸਾਡੇ ਉੱਪਰ ਅਤਿਆਚਾਰ, ਦਰਦ ਅਤੇ ਸਾਨੂੰ ਪਰੇਸ਼ਾਨ ਕਰ ਰਿਹਾ ਹੈ। ਇਸ ਉਮੀਦ ਨਾਲ ਉਹ ਬੇਸਬਰੀ ਨਾਲ ਮਸੀਹ ਦੇ ਆਉਣ ਦੀ ਉਡੀਕ ਕਰ ਰਹੇ ਸੀ। ਹਾਲਾਂਕਿ ਆਖਰਕਾਰ ਜਦੋਂ ਪਰਮੇਸ਼ਵਰ ਪ੍ਰਗਟ ਹੋਏ, ਤਦ ਉਹਨਾਂ ਨੇ ਪਰਮੇਸ਼ਵਰ ਨੂੰ ਨਹੀਂ ਪਹਿਚਾਨਿਆ। ਕਿਉਂਕਿ ਉਹਨਾਂ ਨੇ ਪਰਮੇਸ਼ਵਰ ਨੂੰ ਨਹੀਂ ਪਹਿਚਾਨਿਆ, ਇਸ ਲਈ ਉਹ ਉਹਨਾਂ ਨੂੰ ਸਵੀਕਾਰ ਵੀ ਨਹੀਂ ਕਰ ਸਕੇ। ਯੀਸ਼ੂ ਨੇ ਸਿੱਧਾ ਉਹਨਾਂ ਅੱਗੇ ਗਵਾਹੀ ਦਿੱਤੀ ਕਿ ਉਹ ਖੁਦ ਮਸੀਹ ਹੈ। ਹਾਲਾਂਕਿ ਉਹਨਾਂ ਨੇ ਪਰਮੇਸ਼ਵਰ ਉੱਤੇ ਪਥਰਾਵ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਹਨਾਂ ਕੋਲ ਮਸੀਹ ਬਾਰੇ ਇੱਕ ਅਲੱਗ ਮਾਨਤਾ ਸੀ ਅਤੇ ਅੰਤ ਵਿੱਚ ਉਹ ਉਹਨਾਂ ਨੂੰ ਸਲੀਬ ਉੱਤੇ ਵੀ ਚੜਾਉਣ ਲਈ ਅੱਗੇ ਵਧੇ। ਉਸੇ ਤਰ੍ਹਾਂ ਇਸ ਯੁੱਗ ਵਿੱਚ ਜੇਕਰ ਅਸੀਂ ਪਰਮੇਸ਼ਵਰ ਨੂੰ ਸਹੀ ਤਰ੍ਹਾਂ ਨਹੀਂ ਜਾਣਦੇ, ਤਦ ਅਸੀਂ ਵੀ ਆਪਣੇ ਆਪ ਨੂੰ ਯਹੂਦੀਆਂ ਵਾਂਗੂ ਪਰਮੇਸ਼ਵਰ ਦਾ ਵਿਰੋਧ ਕਰਦੇ ਹੋਏ ਦੇਖਾਂਗੇ, ਜਿਨ੍ਹਾਂ ਨੇ ਇਸ ਤਰ੍ਹਾਂ ਦੁਸ਼ਟ ਸ਼ਬਦ ਕਹੇ। ਉਸ ਦਾ ਲਹੂ ਸਾਡੇ ਉੱਤੇ ਅਤੇ ਸਾਡੀਆਂ ਸੰਤਾਨਾਂ ਉੱਤੇ ਹੋਵੇ। ਇਨ੍ਹਾਂ ਹਾਲਾਤਾਂ ਉੱਤੇ ਇੱਕ ਵਾਰ ਦੁਬਾਰਾ ਵਿਚਾਰ ਕਰਦੇ ਹੋਏ ਸਾਨੂੰ ਖੁਦ ਨੂੰ ਪੁੱਛਣਾ ਚਾਹੀਦਾ ਹੈ ਕਿ ਜਦੋਂ ਪਰਮੇਸ਼ਵਰ ਪਵਿੱਤਰ ਆਤਮਾ ਦੇ ਯੁੱਗ ਵਿੱਚ ਆਉਣਗੇ, ਉਹ ਕਿਵੇਂ ਆਉਣਗੇ ਅਤੇ ਉਹ ਨਿਸ਼ਾਨ ਕੀ ਹੋਵੇਗਾ ਜਿਸ ਦੇ ਦੁਆਰਾ ਅਸੀਂ ਉਹਨਾਂ ਨੂੰ ਪਹਿਚਾਨ ਸਕਦੇ ਹਾਂ ਅਤੇ ਸਵੀਕਾਰ ਕਰ ਸਕਦੇ ਹਾਂ। ਆਓ ਅਸੀਂ ਬਾਈਬਲ ਦੀਆਂ ਸਿੱਖਿਆਵਾਂ ਦੁਆਰਾ ਇਸ ਦਾ ਜਵਾਬ ਲੱਭੀਏ। ਯਹੂਨਾ ਅਧਿਆਇ 5 ਵਚਨ 39। ਤੁਸੀਂ ਲਿਖਤਾਂ ਨੂੰ ਭਾਲਦੇ ਹੋ ਕਿਉਂਕਿ ਤੁਸੀਂ ਸਮਝਦੇ ਹੋ ਭਾਈ ਇਹਨਾਂ ਵਿੱਚ ਸਾਨੂੰ ਸਦੀਪਕ ਜੀਵਨ ਮਿਲਦਾ ਹੈ ਅਤੇ ਮੇਰੇ ਹੱਕ ਵਿੱਚ ਜੋ ਸਾਖੀ ਦਿੰਦੇ ਸੋ ਇਹ ਹਨ। ਤੁਸੀਂ ਜੀਵਨ ਲੱਭਣ ਲਈ ਮੇਰੇ ਕੋਲ ਆਉਣਾ ਨਹੀਂ ਚਾਹੁੰਦੇ ਹੋ। ਯੀਸ਼ੂ ਨੇ ਬਾਈਬਲ ਦੁਆਰਾ ਮਸੀਹ ਨੂੰ ਪਹਿਚਾਨਣ ਦਾ ਤਰੀਕਾ ਸਮਝਾਇਆ, ਜੋ ਧਰਤੀ ਉੱਤੇ ਸਦੀਪਕ ਜੀਵਨ ਦੇਣ ਲਈ ਆਉਂਦੇ ਹਨ। ਉਹਨਾਂ ਨੇ ਕਿਹਾ, ਕਿਉਂਕਿ ਬਾਈਬਲ ਮੇਰੀ ਸਾਖੀ ਦਿੰਦੀ ਹੈ, ਫਿਰ ਤੁਹਾਨੂੰ ਬਾਈਬਲ ਦੀਆਂ ਸਾਰੀਆਂ ਭਵਿੱਖਬਾਣੀਆਂ ਉੱਤੇ ਸਾਵਧਾਨੀ ਨਾਲ ਧਿਆਨ ਦੇਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਸਹੀ ਢੰਗ ਨਾਲ ਸਮਝਣਾ ਚਾਹੀਦਾ ਹੈ, ਤਾਂ ਜੋ ਤੁਸੀਂ ਉਸ ਮਸੀਹ ਨੂੰ ਸਵੀਕਾਰ ਕਰ ਸਕੋ ਜੋ ਆਏ ਹਨ। ਮੈਂ ਸਦੀਪਕ ਜੀਵਨ ਦੇਣ ਆਇਆ, ਫਿਰ ਵੀ ਤੁਸੀਂ ਜੀਵਨ ਪਾਉਣ ਲਈ ਮੇਰੇ ਕੋਲ ਆਉਣਾ ਨਹੀਂ ਚਾਹੁੰਦੇ। ਉਹਨਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹਨਾਂ ਕੋਲ ਮਸੀਹ ਬਾਰੇ ਆਪਣੀ ਖੁਦ ਦੀ ਧਾਰਨਾ ਸੀ। ਸਾਰੇ ਲੋਕੋ, ਸਿਰਫ ਜਦੋਂ ਅਸੀਂ ਬਾਈਬਲ ਦੀਆਂ ਭਵਿੱਖਬਾਣੀਆਂ ਦੁਆਰਾ ਮਸੀਹ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਹੀ ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਪਹਿਚਾਨ ਸਕਦੇ ਹਾਂ ਅਤੇ ਸਵੀਕਾਰ ਕਰ ਸਕਦੇ ਹਾਂ। ਇਸ ਗੱਲ ਨੂੰ ਮਹਿਸੂਸ ਕਰਕੇ ਆਓ ਅਸੀਂ ਨਵੇਂ ਨੇਮ ਦੇ ਪੱਸਾ ਦਾ ਲੇਲਾ ਮਸੀਹ ਅਨਸੰਗ ਜੀ ਸਿਰਲੇਖ ਬਾਰੇ ਅਧਿਐਨ ਕਰੀਏ। ਸਭ ਤੋਂ ਪਹਿਲਾਂ ਆਓ ਅਸੀਂ ਜਾਣੀਏ ਕਿ ਪਰਮੇਸ਼ਵਰ ਧਰਤੀ ਉੱਤੇ ਕਿਉਂ ਆਏ। ਯਹੂਨਾ ਅਧਿਆਇ 10 ਵਚਨ 10। ਚੋਰ ਨਹੀਂ ਆਉਂਦਾ ਪਰ ਇਸ ਲਈ ਜੋ ਚੁਰਾਵੇ ਅਰ ਵੱਡੇ ਅਤੇ ਨਾਸ ਕਰੇ। ਮੈਂ ਇਸ ਲਈ ਆਇਆ ਭਾਈ ਉਹਨਾਂ ਨੂੰ ਜਿਉਣ ਮਿਲੇ
ਸਗੋਂ ਚੋਖਾ ਮਿਲੇ। ਭੇਡ ਦੇ ਵਾਂਗ ਪਰਮੇਸ਼ਵਰ ਦੇ ਲੋਕਾਂ ਨੂੰ ਕੀ ਦੇਣ ਲਈ ਮਸੀਹ ਆਏ? ਉਹ ਉਹਨਾਂ ਨੂੰ ਜੀਵਨ ਦੇਣ ਆਏ ਸੀ। ਮਸੀਹ ਜੋ ਜੀਵਨ ਦੇਣ ਲਈ ਆਏ ਸੀ, ਬਾਈਬਲ ਵਿੱਚ ਉਹਨਾਂ ਨੂੰ ਪਸਾ ਦੇ ਲੇਲੇ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਆਓ ਅਸੀਂ ਦੇਖੀਏ ਕਿ ਇਹ ਕਿੱਥੇ ਲਿਖਿਆ ਗਿਆ ਹੈ। ਪਹਿਲਾ ਕੁਰਿੰਥੀਓ ਅਧਿਆਇ 5 ਵਚਨ 7। ਪੁਰਾਣੇ ਖਮੀਰ ਨੂੰ ਕੱਟ ਸੁੱਟੋ, ਭਾਈ ਜਿਵੇਂ ਤੁਸੀਂ ਪਤੀਰੇ ਹੋਏ ਹੋ ਤਿਵੇਂ ਤੁਸੀਂ ਸੱਜਰੀ ਤੋਂ ਬਣੋ। ਕਿਉਂ ਜੋ ਮਸੀਹ ਕੌਣ ਹੈ? ਸਾਡਾ ਪਸਾ ਦਾ ਲੇਲਾ ਅਰਥਾਤ ਮਸੀਹ ਬਲੀਦਾਨ ਹੋਇਆ। ਸੋ ਆਓ ਅਸੀਂ ਤਿਉਹਾਰ ਮਨਾਈਏ। ਦੂਸਰੇ ਸੰਸਕਰਨ ਵਿੱਚ ਇਹ ਲਿਖਿਆ ਹੋਇਆ ਹੈ, ਆਓ ਅਸੀਂ ਆਪਣਾ ਪਸਾ ਮਨਾਈਏ। ਸਾਡੇ ਪਸਾ ਦਾ ਲੇਲਾ ਕੌਣ ਹੈ? ਕਿਉਂ ਜੋ ਸਾਡਾ ਪਸਾ ਦਾ ਲੇਲਾ ਅਰਥਾਤ ਮਸੀਹ ਬਲੀਦਾਨ ਹੋਇਆ। ਸੋ ਆਓ ਅਸੀਂ ਤਿਉਹਾਰ ਦੂਸਰੇ ਸ਼ਬਦਾਂ ਵਿੱਚ ਪਸਾ ਮਨਾਈਏ। ਪੁਰਾਣੇ ਖਮੀਰ ਨਾਲ ਨਹੀਂ, ਨਾ ਬੁਰਿਆਈ ਅਰ ਦੁਸ਼ਟਪੁਣੇ ਦੇ ਖਮੀਰ ਨਾਲ, ਸਗੋਂ ਨਿਸ਼ਟ ਕਪਟਤਾ ਤੇ ਸੱਚਾਈ ਦੀ ਪਤੀਰੀ ਰੋਟੀ ਨਾਲ। ਇਹ ਕਹਿੰਦਾ ਹੈ, ਸੋ ਆਓ ਅਸੀਂ ਤਿਉਹਾਰ ਮਨਾਈਏ, ਪੁਰਾਣੇ ਖਮੀਰ ਨਾਲ ਨਹੀਂ। ਮਸੀਹ ਸਾਨੂੰ ਜੀਵਨ ਦੇਣ ਲਈ ਪਸਾ ਦੇ ਲੇਲੇ ਦੇ ਰੂਪ ਵਿੱਚ ਆਏ। ਕੂਚ 12 ਵਿੱਚ ਲਿਖਿਆ ਗਿਆ ਹੈ ਕਿ ਪਸਾ ਦੇ ਲੇਲੇ ਦਾ ਮਾਸ ਅੱਗ ਵਿੱਚ ਭੁੰਨ ਕੇ ਖਾਣਾ ਅਤੇ ਉਸ ਦਾ ਲਹੂ ਬੂਹਾਂ ਦੇ ਸੇਰੂ ਉੱਤੇ ਲਗਾਉਣਾ। ਫਿਰ ਜਦੋਂ ਉਹ ਜੀਵਨ ਦੇਣ ਆਏ, ਤਦ ਪਰਮੇਸ਼ਰ ਪਸਾ ਦੇ ਲੇਲੇ ਦੇ ਰੂਪ ਵਿੱਚ ਕਿਉਂ ਬਲੀਦਾਨ ਹੋਏ? ਪਹਿਲਾ ਕੁਰਿੰਥੀਓ ਅਧਿਆਇ 5 ਵਿੱਚ ਪਸਾ ਦੇ ਲੇਲੇ ਦੇ ਰੂਪ ਵਿੱਚ ਯੀਸ਼ੂ ਦੇ ਆਉਣ ਦੇ ਕਾਰਨ ਉੱਤੇ ਜ਼ੋਰ ਦਿੱਤਾ ਗਿਆ ਹੈ। ਆਓ ਅਸੀਂ ਯਹੂਨਾ ਅਧਿਆਇ 6 ਨੂੰ ਦੇਖ ਕੇ ਸਮਝੀਏ ਕਿ ਪਸਾ ਦਾ ਲੇਲਾ ਅਤੇ ਜੀਵਨ ਇੱਕ ਦੂਸਰੇ ਨਾਲ ਕਿਵੇਂ ਸੰਬੰਧਿਤ ਹਨ। ਇਹਨਾਂ ਦੋ ਚੀਜ਼ਾਂ ਵਿਚਕਾਰ ਸੰਬੰਧ ਨੂੰ ਦੇਖ ਕੇ ਅਸੀਂ ਪਰਮੇਸ਼ਰ ਨੂੰ ਲੱਭਣ ਵਿੱਚ ਅਤੇ ਪਰਮੇਸ਼ਰ ਦੇ ਨੇੜੇ ਆਉਣ ਵਿੱਚ ਸਮਰਥੀ ਹੋਵਾਂਗੇ ਜੋ ਇਸ ਧਰਤੀ ਉੱਤੇ ਆਏ ਹਨ। ਆਓ ਅਸੀਂ ਵਚਨ 45 ਵੇਖੀਏ। ਨਬੀਆਂ ਦੀਆਂ ਪੋਥੀਆਂ ਵਿੱਚ ਇਹ ਲਿਖਿਆ ਹੋਇਆ ਹੈ, ਭਾਈ ਉਹ ਸਭੇ ਪਰਮੇਸ਼ਰ ਦੇ ਸਿਖਾਏ ਹੋਏ ਹੋਣਗੇ। ਹਰੇਕ ਜਿਸ ਨੇ ਪਿਤਾ ਤੋਂ ਸੁਣਿਆ ਅਤੇ ਸਿੱਖਿਆ ਹੈ ਸੋ ਮੇਰੇ ਕੋਲ ਆਉਂਦਾ ਹੈ। ਇਹ ਨਹੀਂ ਭਾਈ ਕਿਸੇ ਨੇ ਪਿਤਾ ਨੂੰ ਡਿੱਠਾ ਹੋਵੇ, ਬਿਨਾਂ ਉਹਦੇ ਜਿਹੜਾ ਪਰਮੇਸ਼ਰ ਦੀ ਵੱਲੋਂ ਹੈ ਉਹਨ ਤਾਂ ਪਿਤਾ ਨੂੰ ਡਿੱਠਾ ਹੈ। ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਜੋ ਨੇਚਾ ਕਰਦਾ ਹੈ ਉਸ ਦਾ ਕੀ ਹੈ? ਸਦੀਪਕ ਜੀਵਨ ਉਸੇ ਦਾ ਹੈ। ਜਿਉਣ ਦੀ ਰੋਟੀ ਮੈਂ ਹਾਂ। ਇੱਥੇ ਵਿਸ਼ਵਾਸ ਕਰਨ ਦਾ ਮਤਲਬ ਕੀ ਹੈ? ਜੋ ਵਿਸ਼ਵਾਸ ਕਰਦਾ ਹੈ ਕਿ ਮੈਂ ਜੀਵਨ ਦੀ ਰੋਟੀ ਹਾਂ, ਸਦੀਪਕ ਜੀਵਨ ਉਸੇ ਦਾ ਹੈ। ਵਚਨ 49, ਤੁਹਾਡਿਆਂ ਪਿਓ ਦਾਦਿਆਂ ਨੇ ਉਜਾੜ ਵਿੱਚ ਮਨ ਖਾਧਾ ਅਤੇ ਮਰ ਗਏ। ਜਿਹੜੀ ਰੋਟੀ ਸੁਰਗੋਂ ਉਤਰਦੀ ਹੈ, ਭਾਈ ਮਨੁੱਖ ਉਸ ਵਿੱਚੋਂ ਖਾ ਕੇ ਨਾ ਮਰੇ, ਸੋ ਇਹੋ ਹੈ। ਉਹ ਜਿਉਂਦੀ ਰੋਟੀ ਜੋ ਸੁਰਗੋਂ ਉਤਰੀ, ਸੋ ਮੈਂ ਹਾਂ। ਜੇ ਕੋਈ ਇਸ ਰੋਟੀਓਂ ਕੁਝ ਖਾਵੇ ਤਾਂ ਉਹ ਸਦਾ ਜਿਉਂਦਾ ਰਹੇਗਾ, ਅਤੇ ਜੋ ਰੋਟੀ ਮੈਂ ਦਿਆਂਗਾ ਸੋ ਮੇਰਾ ਮਾਸ ਹੈ ਜਿਹੜਾ ਜਗਤ ਦੇ ਜਿਉਣ ਲਈ ਮੈਂ ਦਿਆਂਗਾ। ਇਹ ਉਹ ਦ੍ਰਿਸ਼ ਹੈ ਜਦੋਂ ਯੀਸ਼ੂ ਨੇ ਜੀਵਨ ਦੀ ਵਿਵਸਥਾ ਸਥਾਪਿਤ ਕੀਤੀ। ਆਓ ਅਸੀਂ ਵਚਨ 52 ਨਾਲ ਜਾਰੀ ਰਹੀਏ। ਇਸ ਲਈ ਯਹੂਦੀ ਆਪਸ ਵਿੱਚ ਇਹ ਕਹਿ ਕੇ ਬਹਿਸਣ ਲੱਗੇ, ਜੋ ਇਹ ਆਪਣਾ ਮਾਸ ਕਿੱਕਰ ਸਾਨੂੰ ਖਾਣ ਲਈ ਦੇ ਸਕਦਾ ਹੈ? ਤਦ ਯੀਸ਼ੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ, ਤੁਹਾਡੇ ਵਿੱਚ ਕੀ ਨਹੀਂ? ਮੈਂ ਤੁਹਾਨੂੰ ਜੀਵਨ ਦੇਣ ਲਈ ਆਇਆ, ਪਰ ਜਦੋਂ ਤੱਕ ਤੁਸੀਂ ਮੇਰਾ ਮਾਸ ਨਹੀਂ ਖਾਓ ਅਤੇ ਮੇਰਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜਿਉਣ ਨਹੀਂ ਹੈ। ਵਚਨ 54, ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, ਕਿਸ ਤਰ੍ਹਾਂ ਦਾ ਜੀਵਨ ਉਸੇ ਦਾ ਹੈ, ਸਦੀਪਕ ਜੀਵਨ ਉਸੇ ਦਾ ਹੈ, ਅਤੇ ਮੈਂ ਅੰਧੇ ਦਿਨ ਉਹਨੂੰ ਜਿਉਂਦਾ ਉਠਾਵਾਂਗਾ। ਪਸਾ ਦੇ ਲੇਲੇ ਦੇ ਮਾਸ ਅਤੇ ਲਹੂ ਨਾਲ ਕੀ ਕਰਨਾ ਹੈ, ਇਸ ਦੇ ਬਾਰੇ ਨਿਰਦੇਸ਼ ਕੂਚ ਦੀ ਕਿਤਾਬ ਵਿੱਚ ਦਿੱਤੇ ਗਏ ਸੀ। ਕਿਉਂਕਿ ਯੀਸ਼ੂ ਪਸਾ ਦੇ ਲੇਲੇ ਦੇ ਰੂਪ ਵਿੱਚ ਆਏ, ਫਿਰ ਉਹਨਾਂ ਨੇ ਯਹੂਨਾ ਅਧਿਆਇ 6 ਵਿੱਚ ਆਪਣੇ ਮਾਸ ਅਤੇ ਲਹੂ ਬਾਰੇ ਕੀ ਨਿਰਦੇਸ਼ ਦਿੱਤੇ? ਉਹਨਾਂ ਨੇ ਸਾਨੂੰ ਆਪਣਾ ਮਾਸ ਖਾਣ ਅਤੇ ਆਪਣਾ ਲਹੂ ਪੀਣ ਨੂੰ ਕਿਹਾ। ਫਿਰ ਯੀਸ਼ੂ ਨੇ ਸਾਨੂੰ ਆਪਣਾ ਮਾਸ ਅਤੇ ਲਹੂ ਦੇਣ ਲਈ ਕਿਹੜੀ ਵਿਵਸਥਾ ਸਥਾਪਿਤ ਕੀਤੀ? ਆਓ ਅਸੀਂ ਮਤੀ ਅਧਿਆਇ 26 ਉੱਤੇ ਜਾਈਏ। ਮਤੀ ਅਧਿਆਇ 26 ਵਚਨ 17। ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯੀਸ਼ੂ ਕੋਲ ਆਣ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤੇਰੇ ਖਾਣ ਲਈ ਪਸਾ ਤਿਆਰ ਕਰੀਏ? ਤਾਂ ਉਹਨੇ ਕਿਹਾ, ਸ਼ਹਿਰ ਵਿੱਚ ਫਲਾਣੇ ਕੋਲ ਜਾ ਕੇ ਉਹਨੂੰ ਕਹੋ,
ਭਾਈ ਗੁਰੂ ਆਖਦਾ ਹੈ, ਮੇਰਾ ਵੇਲਾ ਨੇੜੇ ਆ ਗਿਆ, ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਪਸਾ ਦਾ ਤਿਉਹਾਰ ਕਰਾਂਗਾ। ਅਸੀਂ ਇਸ ਦ੍ਰਿਸ਼ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ। ਵਚਨ 26 ਕਹਿੰਦਾ ਹੈ, ਜਦੋਂ ਖਾ ਰਹੇ ਸਨ ਤਦ ਯੀਸ਼ੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਰ ਚੇਲਿਆਂ ਨੂੰ ਦੇ ਕੇ ਆਖਿਆ, ਲੋ ਖਾਓ, ਇਹ ਕੀ ਹੈ? ਇਹ ਮੇਰਾ ਸਰੀਰ ਹੈ। ਇਸ ਤਰ੍ਹਾਂ ਯੀਸ਼ੂ ਨੇ ਚੇਲਿਆਂ ਨੂੰ ਪਸਾ ਦੀ ਰੋਟੀ ਦਿੱਤੀ। ਵਚਨ 27, ਫਿਰ ਉਹਨਾਂ ਨੇ ਪਿਆਲਾ ਲੈ ਕੇ ਸ਼ੁਕਰ ਕੀਤਾ। ਉਹਨਾਂ ਨੇ ਪਸਾ ਦੇ ਦਾਖਰਸ ਦਾ ਪਿਆਲਾ ਲਿਆ, ਸ਼ੁਕਰ ਕੀਤਾ ਅਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ, ਕਿਉਂ ਜੋ ਪਸਾ ਦਾ ਦਾਖਰਸ ਨੇਮ ਦਾ ਇਹ ਮੇਰਾ ਉਹ ਲਹੂ ਹੈ, ਜਿਹੜਾ ਬਹੁਤਿਆਂ ਦੀ ਖਾਤਰ ਪਾਪਾਂ ਦੀ ਮਾਫੀ ਦੇ ਲਈ ਵਹਾਇਆ ਜਾਂਦਾ ਹੈ। ਯਹੂਨਾ ਅਧਿਆਇ 6 ਵਿੱਚ ਇਹ ਕਹਿੰਦਾ ਹੈ ਕਿ ਜੋ ਕੋਈ ਮੇਰਾ ਮਾਸ ਖਾਂਦਾ ਤੇ ਮੇਰਾ ਲਹੂ ਪੀਂਦਾ ਹੈ, ਸਦੀਪਕ ਜੀਵਨ ਉਸੇ ਦਾ ਹੈ ਅਤੇ ਮੈਂ ਅੰਧੇ ਦਿਨ ਉਹਨੂੰ ਜਿਉਂਦਾ ਉਠਾਵਾਂਗਾ। ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਯੀਸ਼ੂ ਉਹਨਾਂ ਲੋਕਾਂ ਨੂੰ ਸਦੀਪਕ ਜੀਵਨ ਦੇਣਗੇ ਜੋ ਫਸਾ ਦੀ ਰੋਟੀ ਖਾਂਦੇ ਹਨ ਅਤੇ ਪਸਾ ਦਾ ਦਾਖਰਸ ਪੀਂਦੇ ਹਨ। ਜੇਕਰ ਅਸੀਂ ਪਸਾ ਦੀ ਰੋਟੀ ਅਤੇ ਦਾਖਰਸ ਨਹੀਂ ਖਾਂਦੇ ਅਤੇ ਨਹੀਂ ਪੀਂਦੇ ਤਾਂ ਸਾਡੇ ਵਿੱਚ ਕੀ ਨਹੀਂ ਹੈ? ਯੀਸ਼ੂ ਮਸੀਹ ਨੇ ਸਪਸ਼ਟ ਰੂਪ ਨਾਲ ਕਿਹਾ, ਤੁਹਾਡੇ ਵਿੱਚ ਜਿਉਣ ਨਹੀਂ। ਇਹ ਜੀਵਨ ਦੀ ਵਿਵਸਥਾ ਤੇ ਸਿਧਾਂਤ ਹੈ ਜਿਸ ਨੂੰ ਯੀਸ਼ੂ ਨੇ ਉਸ ਵੇਲੇ ਸਥਾਪਿਤ ਕੀਤਾ ਸੀ ਜਦੋਂ ਉਹ 2000 ਸਾਲ ਪਹਿਲਾਂ ਆਏ ਸੀ। ਇਸੇ ਕਰਕੇ ਇਹ ਸੱਚਾਈ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ। ਪਰਮੇਸ਼ਵਰ ਦੇ ਨੇਮ ਤੋਂ ਬਿਨਾਂ ਨਾ ਤਾਂ ਅਸੀਂ ਨਾ ਹੀ ਕੋਈ ਹੋਰ ਪਾਪਾਂ ਦੀ ਮਾਫੀ ਪ੍ਰਾਪਤ ਕਰ ਸਕਦਾ ਹੈ। ਇਸ ਨੂੰ ਸਿੱਧੇ ਸ਼ਬਦਾਂ 'ਚ ਕਹੀਏ ਫਿਰ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਦੀਪਕ ਸਵਰਗ ਦੇ ਰਾਜ ਵਿੱਚ ਵਾਪਸ ਜਾਣ ਲਈ ਸਾਡੇ ਕੋਲ ਕੋਈ ਹੋਰ ਰਾਹ ਨਹੀਂ ਹੈ। ਜੋ ਮਨੁੱਖ ਦੇ ਪੁੱਤਰ ਦਾ ਮਾਸ ਖਾਂਦਾ ਤੇ ਲਹੂ ਪੀਂਦਾ ਹੈ, ਸਦੀਪਕ ਜੀਵਨ ਉਸੇ ਦਾ ਹੈ। ਇਹ ਵਚਨ ਉਸ ਵੇਲੇ ਪੂਰੇ ਹੋਏ ਜਦੋਂ ਮਸੀਹ ਨੇ ਧਰਤੀ ਉੱਤੇ ਜੀਵਨ ਦੀ ਬਹੁਤ ਜ਼ਰੂਰੀ ਵਿਵਸਥਾ ਸਥਾਪਿਤ ਕੀਤੀ। ਮਸੀਹ ਨੇ ਕਿਹਾ, ਜੋ ਲੋਕ ਪਸਾ ਦੀ ਰੋਟੀ ਖਾਂਦੇ ਹਨ ਅਤੇ ਪਸਾ ਦਾ ਦਾਖਰਸ ਪੀਂਦੇ ਹਨ, ਉਹ ਲੋਕ ਹਨ ਜੋ ਮੇਰਾ ਮਾਸ ਖਾਂਦੇ ਹਨ ਅਤੇ ਮੇਰਾ ਲਹੂ ਪੀਂਦੇ ਹਨ ਅਤੇ ਉਹਨਾਂ ਕੋਲ ਸਦੀਪਕ ਜੀਵਨ ਹੈ। ਜਦਕਿ ਜੋ ਲੋਕ ਪਸਾ ਨਹੀਂ ਖਾਂਦੇ, ਉਹਨਾਂ ਵਿੱਚ ਜੀਵਨ ਨਹੀਂ ਹੈ। ਸਦੀਪਕ ਜੀਵਨ ਪ੍ਰਾਪਤ ਕਰਨ ਲਈ ਤੁਹਾਨੂੰ ਇਸ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਯੀਸ਼ੂ ਨੇ ਪਸਾ ਨੂੰ ਨਵੇਂ ਨੇਮ ਦੇ ਰੂਪ ਵਿੱਚ ਦਰਸਾਉਂਦੇ ਹੋਏ ਸਾਨੂੰ ਇਸ ਸੱਚਾਈ ਦੇ ਪ੍ਰਤੀ ਜਾਗਰੂਕ ਕੀਤਾ। ਆਓ ਅਸੀਂ ਲੂਕਾ ਅਧਿਆਇ 22 ਵਚਨ 7 ਨਾਲ ਜਾਰੀ ਰਹੀਏ। ਪਤੀ ਦੀ ਰੋਟੀ ਦਾ ਦਿਨ ਆਇਆ ਜਿਸ ਵਿੱਚ ਪਸਾ ਦੇ ਲਈ ਬਲੀਦਾਨ ਕਰਨਾ ਸੀ ਅਤੇ ਉਸਨੇ ਪਤਰਸ ਅਤੇ ਯਹੂਨਾ ਨੂੰ ਇਹ ਕਹਿ ਕੇ ਘੱਲਿਆ, ਭਾਈ ਜਾ ਕੇ ਸਾਡੇ ਲਈ ਪਸਾ ਤਿਆਰ ਕਰੋ ਤਾਂ ਅਸੀਂ ਖਾਈਏ। ਉਹਨਾਂ ਉਸ ਨੂੰ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤਿਆਰ ਕਰੀਏ? ਉਸਨੇ ਉਹਨਾਂ ਨੂੰ ਆਖਿਆ, ਵੇਖੋ, ਜਦ ਤੁਸੀਂ ਸ਼ਹਿਰ ਵਿੱਚ ਵੜੋਗੇ ਤਾਂ ਇੱਕ ਮਨੁੱਖ ਪਾਣੀ ਦਾ ਘੜਾ ਚੁੱਕਿਆ ਤੁਹਾਨੂੰ ਮਿਲੇਗਾ। ਉਹ ਜਿਸ ਘਰ ਵਿੱਚ ਜਾਵੇ ਉਹਦੇ ਮਗਰ ਜਾਇਓ ਅਤੇ ਘਰ ਦੇ ਮਾਲਕ ਨੂੰ ਕਹਿਓ, ਭਾਈ ਗੁਰੂ ਜੀ ਤੈਨੂੰ ਆਖਦਾ ਹੈ, ਉਹ ਉਤਾਰੇ ਦਾ ਥਾਂ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਸਣੇ ਪਸਾ ਖਾਵਾਂ? ਉਹ ਤੁਹਾਨੂੰ ਇੱਕ ਵੱਡਾ ਚੁਬਾਰਾ ਫਰਸ਼ ਵਿਛਿਆ ਹੋਇਆ ਵਿਖਾਵੇਗਾ, ਉੱਥੇ ਤਿਆਰ ਕਰੋ। ਸੋ ਉਹਨਾਂ ਜਾ ਕੇ ਜਿਹੋ ਜਿਹਾ ਉਸਨੇ ਉਹਨਾਂ ਨੂੰ ਦੱਸਿਆ ਸੀ ਤਿਹੋ ਜਿਹਾ ਡਿੱਠਾ ਤੇ ਪਸਾ ਤਿਆਰ ਕੀਤੀ। ਜਾਂ ਘੜੀ ਆ ਪਹੁੰਚੀ। ਦੂਜੇ ਸ਼ਬਦਾਂ ਵਿੱਚ ਜਦੋਂ ਪਸਾ ਦੀ ਘੜੀ ਆ ਪਹੁੰਚੀ ਤਾਂ ਉਹ ਖਾਣ ਬੈਠਾ ਤੇ ਰਸੂਲ ਉਹਦੇ ਨਾਲ ਬੈਠੇ। ਉਸਨੇ ਉਹਨਾਂ ਨੂੰ ਕਿਹਾ ਕਿ ਮੈਂ ਵੱਡੀ ਇੱਛਾ ਨਾਲ ਚਾਹਿਆ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾ ਤੁਹਾਡੇ ਨਾਲ ਖਾਵਾਂ। ਯੀਸ਼ੂ ਨੂੰ ਪਸਾ ਖਾਣ ਦੀ ਵੱਡੀ ਇੱਛਾ ਹੋਣ ਦਾ ਕੋਈ ਕਾਰਨ ਹੋਵੇਗਾ। ਆਓ ਅਸੀਂ ਆਇਤ 19 ਵਿੱਚ ਇਸ ਦਾ ਕਾਰਨ ਦੇਖੀਏ। ਫਿਰ ਉਸਨੇ ਰੋਟੀ ਲਈ ਅਤੇ ਧੰਨਵਾਦ ਕਰਕੇ ਤੋੜੀ ਅਤੇ ਉਹਨਾਂ ਨੂੰ ਇਹ ਕਹਿੰਦੇ ਹੋਏ ਦਿੱਤੀ, ਇਹ ਮੇਰਾ ਸਰੀਰ ਹੈ। ਅਸੀਂ ਇਸ ਨੂੰ ਮੱਤੀ ਅਧਿਆਇ 26 ਵਿੱਚ ਵੀ ਦੇਖ ਸਕਦੇ ਹਾਂ। ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਦਿੱਤਾ ਗਿਆ ਹੈ, ਮੇਰੀ ਯਾਦ ਲਈ ਇਹ ਕਰਿਆ ਕਰੋ। ਅਤੇ ਖਾਣ ਦੇ ਪਿੱਛੋਂ ਇਸੇ ਤਰ੍ਹਾਂ ਉਸਨੇ ਪਿਆਲਾ ਦੇ ਕੇ ਕਿਹਾ, ਕਹਿੰਦੇ ਸਮੇਂ ਕਿ ਉਸਦੇ ਹੱਥ ਵਿੱਚ ਪਸਾ ਦਾ ਪਿਆਲਾ ਨਹੀਂ ਸੀ, ਕਿ ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ। ਇਹ ਮਤੀ ਦੀ ਅੰਜੀਲ ਵਿੱਚ ਲਿਖਿਆ ਗਿਆ ਹੈ। ਇਹ ਨੇਮ ਦਾ ਮੇਰਾ ਲਹੂ ਹੈ ਜੋ ਬਹੁਤ ਸਾਰੇ ਲੋਕਾਂ ਲਈ ਪਾਪਾਂ ਦੀ ਮਾਫੀ ਲਈ ਵਹਾਇਆ ਜਾਂਦਾ ਹੈ। ਲੋਕਾਂ ਦੀ ਅੰਜੀਲ ਵਿੱਚ ਯੀਸ਼ੂ ਨੇ ਪਸਾ ਨੂੰ ਨਵੇਂ ਨੇਮ ਦੇ ਰੂਪ ਵਿੱਚ ਸੰਖੇਪ ਵਿੱਚ ਕਿਹਾ, ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ।
ਇਸ ਤਰ੍ਹਾਂ ਪਰਮੇਸ਼ਵਰ ਆਏ ਅਤੇ ਪਸਾ ਦੇ ਲੇਲੇ ਦੀ ਭਵਿੱਖਬਾਣੀ ਨੂੰ ਪੂਰਾ ਕੀਤਾ। ਪਸਾ ਦੀ ਰਾਤ ਨੂੰ ਉਹਨਾਂ ਨੇ ਪਸਾ ਦੀ ਰੋਟੀ ਅਤੇ ਦਾਖਰਸ ਨੂੰ ਆਪਣੇ ਮਾਸ ਅਤੇ ਲਹੂ ਨਾਲ ਦਰਸਾਉਂਦੇ ਹੋਏ ਨਵਾਂ ਨੇਮ ਸਥਾਪਿਤ ਕੀਤਾ। ਨਵੇਂ ਨੇਮ ਦੇ ਦੁਆਰਾ ਪਰਮੇਸ਼ਵਰ ਬਹੁਤ ਸਾਰੇ ਲੋਕਾਂ ਨੂੰ ਕੀ ਆਸ਼ੀਸ਼ ਦਿੰਦੇ ਹਨ? ਕਿ ਇਹ ਪਾਪਾਂ ਦੀ ਮਾਫੀ ਦੀ ਆਸ਼ੀਸ਼ ਨਹੀਂ ਹੈ? ਪਰਮੇਸ਼ਵਰ ਸਾਨੂੰ ਨਵੇਂ ਨੇਮ ਦੇ ਦੁਆਰਾ ਸਦੀਪਕ ਜੀਵਨ ਵੀ ਦਿੰਦੇ ਹਨ। ਉਹ ਇੱਕੋ ਕੌਣ ਹਨ ਜੋ ਇਸ ਨੇਮ ਨੂੰ ਸਥਾਪਿਤ ਕਰ ਸਕਦੇ ਹਨ? ਉਹ ਸਿਰਫ ਪਰਮੇਸ਼ਵਰ ਹਨ। ਚਾਹੇ ਕੋਈ ਬਾਈਬਲ ਦੀਆਂ 6 ਕਿਤਾਬਾਂ ਦਾ ਇਮਾਨਦਾਰੀ ਨਾਲ ਅਧਿਐਨ ਕਰਦਾ ਹੈ, ਫਿਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਨਵੇਂ ਨੇਮ ਨੂੰ ਸਥਾਪਿਤ ਕਰ ਸਕਦੇ ਹਨ। ਉਹ ਸਿਰਫ ਖੁਦ ਪਰਮੇਸ਼ਵਰ ਦੁਆਰਾ ਹੀ ਕੀਤਾ ਜਾ ਸਕਦਾ ਹੈ। 2000 ਸਾਲ ਪਹਿਲਾਂ ਯੀਸ਼ੂ ਨੇ ਮਰਕੁਸ ਦੇ ਉੱਪਰ ਵਾਲੇ ਕਮਰੇ ਵਿੱਚ ਨਵੇਂ ਨੇਮ ਨੂੰ ਸਥਾਪਿਤ ਕੀਤਾ। 3 ਰੂਪ 1 ਦੇ ਅਨੁਸਾਰ ਯੀਸ਼ੂ ਕੌਣ ਹੈ? ਯਸ਼ਾਇਆ ਅਧਿਆਇ 9 ਆਇਤ 6 ਵਿੱਚ ਲਿਖਿਆ ਹੈ, ਸਾਡੇ ਲਈ ਤਾਂ ਇੱਕ ਬਾਲਕ ਜੰਮਿਆ ਅਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ। ਰਾਜ ਉਹਦੇ ਮੋਢੇ ਉੱਤੇ ਹੋਵੇਗਾ ਤੇ ਉਹਦਾ ਨਾਮ ਇਉਂ ਸੱਦਿਆ ਜਾਵੇਗਾ, ਅਚਰਜ ਸਲਾਹੂ, ਸ਼ਕਤੀਮਾਨ ਪਰਮੇਸ਼ਵਰ, ਅਨਾਦਿ ਕੌਣ ਹੈ, ਪਿਤਾ, ਸ਼ਾਂਤੀ ਦਾ ਰਾਜਕੁਮਾਰ। ਦੂਸਰੇ ਸ਼ਬਦਾਂ ਵਿੱਚ ਨਵਾਂ ਨੇਮ ਉਹ ਨੇਮ ਹੈ ਜਿਸ ਨੂੰ ਸਿਰਫ ਪਰਮੇਸ਼ਵਰ ਹੀ ਸਥਾਪਿਤ ਕਰ ਸਕਦੇ ਹਨ। ਇਸ ਲਈ ਨਵੇਂ ਨੇਮ ਦਾ ਪਸਾ ਇੱਕ ਮਹੱਤਵਪੂਰਨ ਨਿਸ਼ਾਨ ਹੈ ਜੋ ਪਰਮੇਸ਼ਵਰ ਦੀ ਪਹਿਚਾਨ ਨੂੰ ਪ੍ਰਗਟ ਕਰਦਾ ਹੈ। ਇਸ ਮਾਮਲੇ ਦੇ ਸੰਬੰਧ ਵਿੱਚ ਆਓ ਅਸੀਂ ਇਰਮੀਆ ਦੇ ਅਧਿਆਇ 31 ਦੀ ਆਇਤ 31 ਤੇ ਗੌਰ ਕਰੀਏ। ਵੇਖੋ, ਉਹ ਦਿਨ ਆ ਰਹੇ ਹਨ, ਯਹੋਵਾ ਦਾ ਵਾਕ ਹੈ, ਕਿ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਅਤੇ ਯਹੂਦਾ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨਾਂਗਾ। ਇੱਥੇ ਮੈਂ ਕੀ ਯਹੋਵਾ ਪਰਮੇਸ਼ਵਰ ਨੂੰ ਨਹੀਂ ਦਰਸਾਉਂਦਾ? ਪਰਮੇਸ਼ਵਰ ਨੇ ਕਿਹਾ, ਮੈਂ ਇਜ਼ਰਾਈਲ ਅਤੇ ਯਹੂਦਾ ਦੇ ਘਰਾਣਿਆਂ ਨਾਲ ਨਵਾਂ ਨੇਮ ਬੰਨਾਂਗਾ। ਯੀਸ਼ੂ ਦੇ ਆਉਣ ਅਤੇ ਨਵੇਂ ਨੇਮ ਦੀ ਸਥਾਪਨਾ ਕਰਨ ਤੋਂ ਲਗਭਗ 700 ਸਾਲ ਪਹਿਲਾਂ ਪਰਮੇਸ਼ਵਰ ਨੇ ਪਹਿਲੇ ਤੋਂ ਹੀ ਆਪਣੇ ਦਾਸ ਇਰਮੀਆ ਦੇ ਦੁਆਰਾ ਇਸ ਘਟਨਾ ਦੀ ਭਵਿੱਖਬਾਣੀ ਕੀਤੀ। ਪਰਮੇਸ਼ਵਰ ਨੇ ਸਾਨੂੰ ਦੱਸਿਆ ਕਿ ਉਹਨਾਂ ਨੂੰ ਖੁਦ ਹੀ ਨਵਾਂ ਨੇਮ ਸਥਾਪਿਤ ਕਰਨਾ ਚਾਹੀਦਾ ਹੈ। ਇਹ ਕੁਝ ਇਸ ਤਰ੍ਹਾਂ ਨਹੀਂ ਹੈ ਜੋ ਇੱਕ ਰਾਹਗੀਰ, ਇੱਕ ਰਾਜਾ ਜਾਂ ਕਿਸੇ ਦੇਸ਼ ਦਾ ਮੰਤਰੀ ਸਥਾਪਿਤ ਕਰ ਸਕਦਾ ਹੈ। ਇਸ ਲਈ ਪਰਮੇਸ਼ਵਰ ਨੇ ਕਿਹਾ, ਖੁਦ ਇਜ਼ਰਾਈਲ ਅਤੇ ਯਹੂਦਾ ਦੇ ਘਰਾਣਿਆਂ ਨਾਲ ਨਵਾਂ ਨੇਮ ਬੰਨਣਗੇ। ਹੁਣ ਆਓ ਅਸੀਂ ਆਇਤ 32 ਵਿੱਚ ਨਵੇਂ ਨੇਮ ਦੀ ਇੱਕ ਵਿਸ਼ੇਸ਼ਤਾ ਹੈ। ਉਸ ਨੇਮ ਵਾਂਗੂ ਨਹੀਂ ਜਿਹੜਾ ਉਹਨਾਂ ਦੇ ਪਿਓ ਦਾਦਿਆਂ ਨਾਲ ਬੰਨਿਆ। ਜਿਸ ਦਿਨ ਮੈਂ ਉਹਨਾਂ ਦਾ ਹੱਥ ਫੜਿਆ ਭਈ ਉਹਨਾਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਲਿਆਵਾਂ, ਜਿਸ ਮੇਰੇ ਨੇਮ ਨੂੰ ਉਹਨਾਂ ਨੇ ਤੋੜ ਦਿੱਤਾ, ਭਾਵੇਂ ਮੈਂ ਉਹਨਾਂ ਦਾ ਵਿਆਂਦੜ ਸਾਂ, ਯਹੋਵਾ ਦਾ ਵਾਕ ਹੈ। ਇਹ ਉਹ ਨੇਮ ਹੈ ਜਿਹੜਾ ਮੈਂ ਉਹਨਾਂ ਦਿਨਾਂ ਦੇ ਪਿੱਛੋਂ ਇਜ਼ਰਾਈਲ ਦੇ ਘਰਾਣੇ ਨਾਲ ਬੰਨਾਂਗਾ, ਯਹੋਵਾ ਦਾ ਵਾਕ ਹੈ। ਮੈਂ ਆਪਣੀ ਵਿਵਸਥਾ ਨੂੰ ਉਹਨਾਂ ਦੇ ਅੰਦਰ ਰੱਖਾਂਗਾ ਅਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ ਅਤੇ ਉਹ ਮੇਰੀ ਪ੍ਰਜਾ ਹੋਣਗੇ। ਉਹ ਫਿਰ ਕਦੀ ਹਰੇਕ ਆਪਣੇ ਗੁਆਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਨਾ ਸਿਖਲਾਏਗਾ, ਭਈ ਯਹੋਵਾ ਨੂੰ ਜਾਣੋ, ਕਿਉਂ ਜੋ ਉਹ ਸਾਰਿਆਂ ਦੇ ਸਾਰੇ ਉਹਨਾਂ ਦੇ ਛੋਟੇ ਤੇ ਵੱਡੇ ਤੀਕ ਮੈਨੂੰ ਜਾਣ ਲੈਣਗੇ। ਯਹੋਵਾ ਦਾ ਵਾਕ ਹੈ, ਕਿਉਂ ਜੋ ਮੈਂ ਉਹਨਾਂ ਦੀ ਬਦੀ ਨੂੰ ਮਾਫ ਕਰਾਂਗਾ ਅਤੇ ਉਹਨਾਂ ਦੇ ਪਾਪ ਫਿਰ ਚੇਤੇ ਨਾ ਕਰਾਂਗਾ। ਜੇ ਅਸੀਂ ਨਵੇਂ ਨੇਮ ਨੂੰ ਮਨਾਉਂਦੇ ਹਾਂ ਤਦ ਪਰਮੇਸ਼ਵਰ ਸਾਡੇ ਤੋਂ ਕੀ ਦੂਰ ਕਰਨਗੇ? ਪਰਮੇਸ਼ਵਰ ਸਾਡੇ ਸਾਰੇ ਪਿਛਲੇ ਪਾਪਾਂ ਅਤੇ ਕੁਧਰਮਾਂ ਨੂੰ ਦੂਰ ਕਰਕੇ ਸਾਡੇ ਉੱਤੇ ਆਪਣੀ ਸ਼ਾਨਦਾਰ ਕਿਰਪਾ ਵਧਾਉਣਗੇ। ਇਹ ਸਿਰਫ ਨਵੇਂ ਨੇਮ ਦੇ ਵਿਵਸਥਾ ਦੇ ਦੁਆਰਾ ਕੀਤਾ ਜਾ ਸਕਦਾ ਹੈ। ਪਰਮੇਸ਼ਵਰ ਦੀ ਮਿਹਰ ਪ੍ਰਾਪਤ ਕਰਨ ਦਾ ਹੋਰ ਕੋਈ ਰਸਤਾ ਨਹੀਂ ਹੈ। ਇਸੇ ਕਾਰਨ ਪਰਮੇਸ਼ਵਰ ਨੇ ਕਿਹਾ, ਮੈਂ ਆਪਣੀ ਵਿਵਸਥਾ ਉਹਨਾਂ ਦੇ ਮਨ ਵਿੱਚ ਪਾਵਾਂਗਾ ਅਤੇ ਮੈਂ ਉਹਨਾਂ ਦੇ ਦਿਲਾਂ ਤੇ ਲਿਖਾਂਗਾ ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ ਅਤੇ ਉਹ ਮੇਰੀ ਪ੍ਰਜਾ ਹੋਣਗੇ। ਉਸਨੇ ਨਵੇਂ ਨੇਮ ਦੀ ਸੱਚਾਈ ਦੁਆਰਾ ਆਪਣੇ ਲੋਕਾਂ ਦੇ ਸਾਰੇ ਪਾਪ ਅਤੇ ਬੁਰਾਈਆਂ ਨੂੰ ਮਾਫ ਕਰਨ ਦਾ ਇੱਕ ਵੱਡਮੁੱਲਾ ਵਾਅਦਾ ਕੀਤਾ। 2000 ਸਾਲ ਪਹਿਲਾਂ ਕਿਹੜੇ ਦਿਨ ਯੀਸ਼ੂ ਨੇ ਨਵਾਂ ਨੇਮ ਘੋਸ਼ਿਤ ਕੀਤਾ ਸੀ? ਪਸਾ ਦੇ ਦਿਨ। ਯਹੋਵਾ ਤੇ ਯੀਸ਼ੂ ਇੱਕ ਹੀ ਹਨ। ਕੀ ਇਸ ਲਈ ਯਹੋਵਾ ਨੇ ਨਹੀਂ ਕਿਹਾ, ਮੈਂ ਇਸ ਨੂੰ ਸਥਾਪਿਤ ਕਰਾਂਗਾ, ਅਤੇ ਫਿਰ 2000 ਸਾਲ ਪਹਿਲਾਂ ਯੀਸ਼ੂ ਦੇ ਨਾਮ ਤੋਂ ਆਏ ਅਤੇ ਮਰਕੁਸ ਦੇ ਉੱਪਰਲੇ ਕਮਰੇ ਵਿੱਚ ਨਵੇਂ ਨੇਮ ਪਸਾ ਦੀ ਸਥਾਪਨਾ ਕੀਤੀ। ਉਸਨੇ ਆਪਣੀ ਤੁਲਨਾ ਪਸਾ ਦੇ ਲੇਲੇ ਨਾਲ ਕੀਤੀ, ਜਿਵੇਂ ਕਿ ਪਹਿਲਾ ਕੁਰਿੰਥੀਓ 5ਵੇਂ ਅਧਿਆਇ ਵਿੱਚ ਲਿਖਿਆ ਹੈ। ਅੱਜ ਇਸ ਦਾ ਅਧਿਐਨ ਕਰਕੇ
ਜੇ ਪਰਮੇਸ਼ਰ ਭਵਿੱਖਬਾਣੀ ਦੇ ਅਨੁਸਾਰ ਇਸ ਧਰਤੀ ਤੇ ਆਉਂਦੇ ਹਨ ਤਾਂ ਫਿਰ ਉਹ ਕਿਵੇਂ ਆਉਣਗੇ ਅਤੇ ਕਿਹੜੀ ਸੱਚਾਈ ਨਾਲ ਪ੍ਰਗਟ ਹੋਣਗੇ? ਆਖਰੀ ਦਿਨਾਂ ਵਿੱਚ ਬਹੁਤ ਸਾਰੇ ਝੂਠੇ ਨਬੀ ਅਤੇ ਝੂਠੇ ਮਸੀਹ ਇਹ ਕਹਿੰਦੇ ਹੋਏ ਪ੍ਰਗਟ ਹੋਣਗੇ, ਮੈਂ ਮਸੀਹ ਹਾਂ। ਫਿਰ ਅਸੀਂ ਪਰਮੇਸ਼ਰ ਦੇ ਲੋਕ ਕਿਸ ਨਿਸ਼ਾਨੀ ਨਾਲ ਸੱਚੇ ਪਰਮੇਸ਼ਰ ਦੀ ਪਹਿਚਾਨ ਕਰਨ ਵਿੱਚ ਕਾਬਲ ਹੋਵਾਂਗੇ? ਪਰਮੇਸ਼ਰ ਨੇ ਸਾਨੂੰ ਨਿਸ਼ਾਨੀ ਬਾਰੇ ਦੱਸਦੇ ਹੋਏ ਕਿਹਾ, ਮੈਂ ਨਵਾਂ ਨੇਮ ਸਥਾਪਿਤ ਕਰਾਂਗਾ। ਇਸ ਲਈ ਉਹ ਵਿਅਕਤੀ ਲੱਭੋ ਜੋ ਨਵਾਂ ਨੇਮ ਸਥਾਪਿਤ ਕਰਦਾ ਹੈ। 2000 ਸਾਲ ਪਹਿਲਾਂ ਮਸੀਹ ਇਸ ਧਰਤੀ ਤੇ ਆਏ ਸੀ ਅਤੇ ਨਵੇਂ ਨੇਮ ਪਸਾ ਦੇ ਸੱਚ ਦੀ ਸਥਾਪਨਾ ਕੀਤੀ। ਪਰ ਕੀ ਹੋਇਆ? ਉਹ ਇਸ ਸੰਸਾਰ ਤੋਂ ਅਲੋਪ ਹੋ ਗਿਆ। 325 ਈਸਵੀ ਵਿੱਚ ਪਸਾ ਅਲੋਪ ਹੋ ਗਿਆ। ਇਬਰਾਨੀ ਅਧਿਆਇ 9 ਵਚਨ 28 ਵਿੱਚ ਇਹ ਲਿਖਿਆ ਹੈ, ਜਿਹੜੇ ਉਹਨੂੰ ਉਡੀਕਦੇ ਹਨ ਪਾਪ ਦੇ ਕੰਮ ਤੋਂ ਅੱਡ ਹੋ ਕੇ ਮੁਕਤੀ ਲਈ ਦੂਈ ਵਾਰ ਪ੍ਰਗਟ ਹੋਵੇਗਾ। ਫਿਰ ਅਸੀਂ ਮਸੀਹ ਨੂੰ ਕਿਵੇਂ ਲੱਭ ਸਕਦੇ ਹਾਂ ਜੋ ਇਸ ਧਰਤੀ ਤੇ ਦੂਜੀ ਵਾਰ ਪ੍ਰਗਟ ਹੋਏ ਹਨ? ਕਿਉਂਕਿ ਬਾਈਬਲ ਮਸੀਹ ਬਾਰੇ ਗਵਾਹੀ ਦਿੰਦੀ ਹੈ। ਇਸ ਲਈ ਸਾਨੂੰ ਬਾਈਬਲ ਦੀਆਂ ਭਵਿੱਖਬਾਣੀਆਂ ਅਨੁਸਾਰ ਆਏ ਮਸੀਹ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਸਾਨੂੰ ਕਿਸੇ ਤੇ ਵੀ ਬਸ ਵੈਸੇ ਹੀ ਭਰੋਸਾ ਨਹੀਂ ਕਰਨਾ ਚਾਹੀਦਾ। ਆਓ ਅਸੀਂ ਯਸ਼ਾਇਆ ਅਧਿਆਇ 25 ਆਇਤ 6 ਦੇ ਦੁਆਰਾ ਜਾਣੀਏ ਕਿ ਪਰਮੇਸ਼ਰ ਦੂਜੀ ਵਾਰ ਕਿਵੇਂ ਆਉਣਗੇ। ਇਸੇ ਪਹਾੜ ਤੇ ਸੈਨਾ ਦਾ ਯਹੋਵਾ ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦਾ ਦਾਉਦ ਕਰੇਗਾ। ਪੁਰਾਣੀਆਂ ਮਦਾਂ ਦੀ ਦਾਉਦ, ਗੁੱਦੇ ਸਣੇ ਮੋਟੀਆਂ ਵਸਤਾਂ, ਛਾਣੀਆਂ ਹੋਈਆਂ ਪੁਰਾਣੀਆਂ ਮਦਾਂ। ਅਤੇ ਇਸ ਪਹਾੜ ਤੇ ਉਸ ਪਰਦੇ ਨੂੰ ਜੱਫ ਲਵੇਗਾ, ਉਸ ਪਰਦੇ ਨੂੰ ਜਿਹੜਾ ਸਾਰਿਆਂ ਲੋਕਾਂ ਦੇ ਉੱਤੇ ਹੈ, ਨਾਲੇ ਉਸ ਕੱਜਰ ਨੂੰ ਜਿਹੜਾ ਸਾਰੀਆਂ ਕੌਮਾਂ ਉੱਤੇ ਲਟਕਦਾ ਹੈ। ਉਹ ਕਿਸ ਨੂੰ ਜੱਫ ਲਵੇਗਾ? ਮੌਤ ਨੂੰ ਸਦਾ ਲਈ ਜੱਫ ਲਵੇਗਾ। ਸਦਾ ਲਈ ਮੌਤ ਨੂੰ ਖਤਮ ਕਰਨ ਦਾ ਅਰਥ ਹੈ ਸਦੀਪਕ ਜੀਵਨ ਦੇਣਾ। ਇਸ ਦਾ ਅਰਥ ਹੈ ਕਿ ਦਾਖਰਸ ਦੇ ਨਾਲ ਪਰਬ ਆਯੋਜਿਤ ਕੀਤਾ ਜਾਵੇਗਾ ਜਿਸ ਵਿੱਚ ਮੌਤ ਨੂੰ ਖਤਮ ਕਰਨ ਦੀ ਵਿਸ਼ੇਸ਼ਤਾ ਹੋਵੇਗੀ। ਇਹ ਕਿਸ ਦੇ ਨਾਲ ਮਨਾਉਣ ਵਾਲਾ ਪਰਬ ਹੈ? ਜੇ ਅਸੀਂ ਕਿਸੇ ਨੂੰ ਮਿਲਦੇ ਹਾਂ ਜੋ ਪੁਰਾਣੇ ਦਾਖਰਸ ਤੋਂ ਮੌਤ ਨੂੰ ਖਤਮ ਕਰਦਾ ਹੈ, ਤਦ ਸਾਨੂੰ ਉਹਨਾਂ ਨੂੰ ਆਪਣੇ ਪਰਮੇਸ਼ਰ ਦੇ ਤੌਰ ਤੇ ਸਹੀ ਤਰ੍ਹਾਂ ਪਹਿਚਾਨਣਾ ਚਾਹੀਦਾ ਹੈ। ਆਓ ਅਸੀਂ ਫਿਰ ਤੋਂ ਆਇਤ 8 ਦੇਖੀਏ। ਉਹ ਮੌਤ ਨੂੰ ਸਦਾ ਲਈ ਜੱਫ ਲਵੇਗਾ ਅਤੇ ਪ੍ਰਭੂ ਯਹੋਵਾ ਸਾਰਿਆਂ ਮੂੰਹਾਂ ਤੋਂ ਹੰਝੂ ਪੂੰਝ ਸੁੱਟੇਗਾ ਅਤੇ ਆਪਣੀ ਪ੍ਰਜਾ ਦੀ ਬਦਨਾਮੀ ਨੂੰ ਸਾਰੀ ਧਰਤੀ ਦੇ ਉੱਤੋਂ ਦੂਰ ਕਰ ਦੇਵੇਗਾ, ਕਿਉਂਕਿ ਇਹ ਯਹੋਵਾ ਦਾ ਬੋਲ ਹੈ। ਆਇਤ 9, ਉਸ ਦਿਨ ਆਖਿਆ ਜਾਵੇਗਾ, ਵੇਖੋ ਇਹ ਕੌਣ ਹੈ? ਇਹ ਸਾਡਾ ਪਰਮੇਸ਼ਰ ਹੈ। ਅਸੀਂ ਉਹਨੂੰ ਉਡੀਕਦੇ ਸਾਂ ਅਤੇ ਉਹ ਸਾਨੂੰ ਬਚਾਵੇਗਾ। ਇਹ ਯਹੋਵਾ ਹੈ। ਅਸੀਂ ਉਹਦੀ ਉਡੀਕਦੇ ਸਾਂ। ਅਸੀਂ ਉਹਦੀ ਮੁਕਤੀ ਵਿੱਚ ਖੁਸ਼ੀ ਮਨਾਈਏ ਅਤੇ ਆਨੰਦ ਕਰੀਏ। ਲੋਕ ਆਨੰਦ ਅਤੇ ਮਗਨ ਕਿਉਂ ਹੋ ਰਹੇ ਹਨ? ਕਿਉਂਕਿ ਉਹਨਾਂ ਨੂੰ ਆਪਣੀ ਮੁਕਤੀ ਵਿੱਚ ਵਿਸ਼ਵਾਸ ਹੈ। ਇਹ ਉਹ ਦ੍ਰਿਸ਼ ਹੈ ਜਿੱਥੇ ਲੋਕ ਖੁਸ਼ ਅਤੇ ਮਗਨ ਹੋ ਰਹੇ ਹਨ ਕਿਉਂਕਿ ਉਹ ਸੱਚੇ ਪਰਮੇਸ਼ਰ ਨੂੰ ਮਿਲੇ ਹਨ। ਬਹੁਤ ਸਾਰੇ ਝੂਠੇ ਨਬੀ ਅਤੇ ਝੂਠੇ ਮਸੀਹ ਪ੍ਰਗਟ ਹੁੰਦੇ ਹਨ ਅਤੇ ਉਹ ਦਾਅਵਾ ਕਰਦੇ ਹਨ, ਮੈਂ ਉਹ ਮਸੀਹ ਹਾਂ ਜੋ ਆਉਣ ਵਾਲਾ ਹੈ, ਮੈਂ ਉਹ ਹਾਂ। ਪਰ ਪਰਮੇਸ਼ਰ ਨੇ ਸਾਨੂੰ ਸਿਖਾਇਆ ਕਿ ਬਾਈਬਲ ਉਹਨਾਂ ਬਾਰੇ ਗਵਾਹੀ ਦਿੰਦੀ ਹੈ। ਇਸ ਲਈ ਸਾਨੂੰ ਸਿਰਫ ਬਾਈਬਲ ਦੇ ਦੁਆਰਾ ਮਸੀਹ ਨੂੰ ਸਮਝਣਾ ਅਤੇ ਸਵੀਕਾਰ ਕਰਨਾ ਚਾਹੀਦਾ ਹੈ। ਜਿਵੇਂ ਕਿ ਇਹ ਲਿਖਿਆ ਹੋਇਆ ਹੈ, ਵੇਖੋ ਇਹ ਸਾਡਾ ਪਰਮੇਸ਼ਰ ਹੈ, ਅਸੀਂ ਇਸੇ ਦੀ ਉਡੀਕ ਕਰ ਰਹੇ ਹਾਂ ਕਿ ਉਹ ਸਾਨੂੰ ਬਚਾਵੇ। ਇਸ ਵਚਨ ਵਿੱਚ ਜ਼ਿਕਰ ਕੀਤਾ ਗਿਆ ਹੈ ਉਹ ਉਸ ਨੂੰ ਕੀ ਕਰਨਾ ਚਾਹੀਦਾ ਹੈ? ਉਹਨਾਂ ਨੂੰ ਪੁਰਾਣੇ ਦਾਖਰਸ ਦੇ ਦੁਆਰਾ ਮੌਤ ਨੂੰ ਸਦਾ ਲਈ ਨਸ਼ਟ ਕਰਨਾ ਚਾਹੀਦਾ ਹੈ। ਜ਼ਰੂਰ ਜੋ ਇਸ ਕੰਮ ਨੂੰ ਪੂਰਾ ਕਰੇਗਾ ਉਹ ਸਾਡੇ ਪਰਮੇਸ਼ਰ ਹਨ। ਅੱਜ ਜਿਸ ਤਰ੍ਹਾਂ ਕਿ ਅਸੀਂ ਪਰਮੇਸ਼ਰ ਦੇ ਵਚਨਾਂ ਦਾ ਅਭਿਆਸ ਕੀਤਾ ਹੈ, ਉਹ ਸੱਚਾਈ ਕੀ ਹੈ ਜਿਸ ਵਿੱਚ ਮੌਤ ਨੂੰ ਨਸ਼ਟ ਕਰਨ ਦਾ ਅਤੇ ਸਦੀਪਕ ਜੀਵਨ ਦੇਣ ਦਾ ਪਰਮੇਸ਼ਰ ਦਾ ਵਾਅਦਾ ਸ਼ਾਮਿਲ ਹੈ। ਇਹ ਸਭ ਨਵੇਂ ਨਿਯਮ ਦੇ ਪੱਸਾ ਵਿੱਚ ਦਰਜ ਹੈ। ਉਹ ਕੌਣ ਹਨ ਜੋ ਨਵੇਂ ਨਿਯਮ ਪੱਸਾ ਦੀ ਸਥਾਪਨਾ ਕਰਨਗੇ? ਨਬੀਆਂ ਨੇ ਗਵਾਹੀ ਦਿੱਤੀ ਕਿ ਪਰਮੇਸ਼ਰ ਖੁਦ ਇਸ ਨੂੰ ਸਥਾਪਿਤ ਕਰਨਗੇ, ਕਿਉਂਕਿ ਇਹ ਇੱਕ ਅਜਿਹਾ ਕੰਮ ਹੈ ਜਿਹੜਾ ਸਿਰਫ ਪਰਮੇਸ਼ਰ ਪੂਰਾ ਕਰ ਸਕਦੇ ਹਨ। ਤਾਂ ਉਹਨਾਂ ਨੇ ਕਿਹਾ, ਜੇਕਰ ਕੋਈ ਪ੍ਰਗਟ ਹੋ ਕੇ ਇਸ ਕੰਮ ਨੂੰ ਪੂਰਾ ਕਰਦਾ ਹੈ ਤਾਂ ਜਾਣੋ ਕਿ ਉਹ ਮੈਂ ਹਾਂ। ਇਹ ਵਿਸ਼ਵਾਸ ਕਰੋ ਕਿ ਮੈਂ ਹੀ ਹਾਂ ਜਿਸ ਨੇ ਸਵਰਗ ਅਤੇ ਧਰਤੀ ਨੂੰ ਬਣਾਇਆ ਅਤੇ ਜੋ ਮਨੁੱਖ ਜਾਤੀ ਨੂੰ ਜੀਵਨ ਪ੍ਰਦਾਨ ਕਰਦਾ ਹੈ। ਇਹ ਉਹ ਸ਼ਬਦ ਹਨ ਜੋ ਪਰਮੇਸ਼ਰ ਨੇ ਨਵੇਂ ਨਿਯਮ ਦੇ ਪੱਸਾ ਦੇ ਸੱਚ ਨੂੰ ਦੱਸਣ ਵੇਲੇ ਕਹੇ। ਮਸੀਹ ਜੋ ਦੂਸਰੀ ਵਾਰ ਆਉਂਦੇ ਹਨ ਉਹ ਹੋਣੇ ਚਾਹੀਦੇ ਹਨ ਜੋ ਨਵੇਂ ਨਿਯਮ ਪੱਸਾ ਦੇ ਸੱਚ ਦੁਆਰਾ ਪਾਪਾਂ ਦੀ ਮਾਫੀ
ਅਤੇ ਮੁਕਤੀ ਦਾ ਐਲਾਨ ਕਰਦੇ ਹਨ। 되셔야 되지 않겠습니까? ਫਿਰ ਕਿਸ ਨੇ ਸਾਨੂੰ ਪਸਾ ਦੇ ਸੱਚ ਦੁਆਰਾ ਮੁਕਤੀ ਦੀ ਕਿਰਪਾ ਪ੍ਰਦਾਨ ਕਰਦੇ ਹੋਏ 또 구원의 ਸਦੀਪਕ ਜੀਵਨ ਦਿੱਤਾ। 베풀어 주신 이가 바로 누구십니까? 그래서 ਇਸੇ ਲਈ ਅਸੀਂ ਪਰਮੇਸ਼ਵਰ ਅਨਸੰਗ ਹੋਂਗ ਜੀ ਤੇ 두 번째 ਦੂਜੀ ਵਾਰ ਆਏ 메시아임을 ਮਸੀਹ ਦੇ ਰੂਪ ਵਿੱਚ ਪੱਕੀ ਤਰ੍ਹਾਂ ਵਿਸ਼ਵਾਸ ਕਰਦੇ ਹਾਂ। 무작정 ਅਸੀਂ ਅੰਨ੍ਹੇਵਾਹ ਵਿਸ਼ਵਾਸ ਨਹੀਂ ਕਰਦੇ। ਯੀਸ਼ੂ ਨੇ ਕਿਹਾ, ਇਹ ਬਾਈਬਲ ਮੇਰੀ ਗਵਾਹੀ ਦਿੰਦੀ ਹੈ। 나를 ਅਸੀਂ ਉਹਨਾਂ ਨੂੰ ਕਿਵੇਂ ਪਛਾਣ ਸਕਦੇ ਹਾਂ? 성경을 ਇਹ ਸਿਰਫ ਬਾਈਬਲ ਦੇ ਦੁਆਰਾ ਹੈ। 새 언약 ਜੇ ਕੋਈ ਨਵੇਂ ਨੇਮ ਪਸਾ ਦੇ ਸੱਚ ਬਾਰੇ ਘੋਸ਼ਣਾ ਕਰਦਾ ਹੈ 분이 있거든. ਤਾਂ ਜਾਣੋ ਅਤੇ ਵਿਸ਼ਵਾਸ ਕਰੋ ਕਿ ਇਹ ਮੈਂ ਹਾਂ। 이것이 곧 ਇਹ ਉਹ ਗੱਲ ਹੈ ਜੋ ਪਰਮੇਸ਼ਵਰ ਨੇ ਸਾਨੂੰ ਸਿਖਾਈ ਹੈ 주신 ਅਤੇ ਇਸ ਕਰਕੇ ਅਸੀਂ ਇਸ ਯੁੱਗ ਵਿੱਚ ਮਸੀਹ ਅਨਸੰਗ ਹੋਂਗ ਜੀ ਉੱਤੇ ਸਾਡੇ ਪਰਮੇਸ਼ਵਰ ਦੇ ਰੂਪ ਵਿੱਚ ਵਿਸ਼ਵਾਸ ਕਰਦੇ ਹਾਂ। 성경에 ਬਾਈਬਲ ਦੇ ਵਚਨ ਪੂਰੀ ਤਰ੍ਹਾਂ ਸੱਚ ਹਨ। 말씀이 계시기 때문에 ਇਸ ਲਈ ਸਾਨੂੰ ਉਹਨਾਂ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। 제가 꼭 되셔야 됩니다. 어린 ਜਿੱਥੇ ਵੀ ਮਸੀਹ ਜੋ ਲੇਲਾ ਹੈ ਸਾਡੀ ਅਗਵਾਈ ਕਰਦੇ ਹਨ, ਆਓ ਅਸੀਂ ਸਹੀ ਤਰ੍ਹਾਂ ਉਹਨਾਂ ਦੀਆਂ ਸਿੱਖਿਆਵਾਂ ਦਾ ਪਾਲਨ ਕਰੀਏ ਤਾਂ ਜੋ ਅਸੀਂ ਮੁਕਤੀ ਪ੍ਰਾਪਤ ਕਰ ਸਕੀਏ ਅਤੇ ਸਵਰਗ ਦੇ ਸਦੀਪਕ ਰਾਜ ਵਿੱਚ ਜਾ ਸਕੀਏ। ਤੁਹਾਡਾ ਬਹੁਤ ਬਹੁਤ ਧੰਨਵਾਦ।